सुशोभित है। गुरु साहब जी ने बचन बख्शिश कीते ने, समझाउणा कीता इस मन नूं, क्योंकि जीवन दे विच ये मनुख आउण वाले समां दे विच संत बन के प्रगट होएगा जां चोर बन के बुरियाई खट्टेगा। ये मनुख भला बनेगा जां किते माड़ी राह ते तुरेगा। इहदा जिहड़ा बहुता निर्भरता है, इस दी निर्भरता इस मन दे उत्ते निर्भर करती है, क्योंकि मन जिस पासे मनुख नूं मोड़दा है, ये जीवन उस पासे तुरन लग जांदा है, उस पासे चलदा है। इस लई बाणी ने थावों थावी किरपा कीती है भई जदों समझाउणा है, पहलां समझाउणा इस मन दा है। जे मन समझ गया ते वो परमात्मा भी साडे तो दूर नहीं है, क्योंकि इस मन दे करके ही उस रब तक पहुंचा जाना है। बाणी दा बचन आउंदा ना, रे मन मेरे तू हर स्यों जोर। इस मन नूं कहा, मना तू रब नाल जुड़ ना कर, काज तुहारे नाही होर, तेरा होर कोई काम नहीं है। ਇਹਦਾ मतलब ਇਹ ਕਿ ਮਨ ਜੋੜ ਸਕਦਾ, ਇਹਦੇ ਕੋਲ ਸਮਰਥਾ ਹੈ। ਤੇ ਸਮਰਥਾ ਤੇ ਹੈ ਹੀ ਹੈ ਨਾ, ਵਾਕਈ ਸਮਰਥਾ ਹੈ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨਾ ਤੇਰੇ ਅੰਤਰ ਜੋਤ ਉਸ ਰੱਬ ਦੀ ਵਸਦੀ ਹੈ, ਰੱਬ ਵਰਗੀ ਤਾਕਤ ਹੈ ਤੇਰੇ ਕੋਲ, ਤੂੰ ਆਪਣੀ ਤਾਕਤ ਨੂੰ ਭੁੱਲਿਆ ਬੈਠਾ ਹੈ। ਆਪਣੇ ਮੂਲ ਦੀ ਪਛਾਣ ਕਰ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਹਰ ਜੀ ਤੇਰੇ ਨਾਲ ਹੈ, ਉੱਤੇ ਨਾਲ ਹੈ ਤੇਰੇ। ਤੇ ਜਦੋਂ ਵੀ ਬਾਣੀ ਨੇ ਕਿਰਪਾ ਕੀਤੀ ਹੈ, ਜਦੋਂ ਬਾਣੀ ਨੇ ਸਮਝਾਇਆ, ਇਹ ਸਮਝਾਉਣਾ ਕੀਤਾ ਭਈ ਪਹਿਲਾਂ ਮਨ ਦਾ ਸਮਝਾਉਣਾ ਹੈ। ਜੇ ਮਨ ਸਮਝ ਗਿਆ ਤੇ ਮਨੁੱਖ ਇਸ ਸੰਸਾਰ ਦੇ ਵਿੱਚ ਆਇਆ ਆਪਣੇ ਜੀਵਨ ਨੂੰ ਸਫਲਾ ਕਰ ਲਏਗਾ। ਇਹੀ ਕਾਰਨ ਹੈ ਕਿ ਜਿਨ੍ਹਾਂ ਲੋਕਾਂ ਨੇ ਧਰਮ ਦੇ ਰਾਹ ਨੂੰ ਅਪਣਾਉਂਦਿਆਂ ਹੋਇਆਂ ਅਧਿਆਤਮਿਕ ਖੇਤਰ ਦੇ, ਧਾਰਮਿਕ ਖੇਤਰ ਦੇ ਵਿੱਚ ਜਿਨ੍ਹਾਂ ਨੇ ਆਪਣੇ ਸ਼ਰੀਰ ਨੂੰ ਦੁੱਖ ਦਿੱਤੇ, ਧੂਣੀਆਂ ਰਮਾਈਆਂ, ਤਪ ਸਾਧੇ, ਨਿਉਲੀ ਕਰਮ ਕੀਤੇ, ਹੋਰ ਕਰਮ ਧਰਮ ਕੀਤੇ। ਕਈਆਂ ਨੇ ਕੇਸ਼ਾਂ ਨੂੰ ਵਧਾ ਕੇ ਜਟਾਵਾਂ ਬਣਾ ਲਈਆਂ, ਕਈਆਂ ਨੇ ਕੇਸਾਂ ਨੂੰ ਮੁਨਾ ਕੇ ਜਿਹੜੇ ਹਨ ਰੁੰਡਿਤ ਮੁੰਡਿਤ ਹੋ ਗਏ ਉਹਨਾਂ ਜੈਨੀਆਂ ਵਾਂਗ। ਉਦੋਂ ਬਾਣੀ ਨੇ ਇੱਕ ਜ਼ਰੂਰ ਇਹਨਾਂ ਨੂੰ ਸੰਦੇਸ਼ ਦਿੱਤਾ, ਜ਼ਰੂਰ ਇਹ ਸਮਝਾਉਣਾ ਕੀਤਾ ਹੈ। ਕਹਿੰਦੇ ਭਈ ਇਹਦੇ ਨਾਲ ਕੋਈ ਫਰਕ ਨਹੀਂ ਜੇ ਪੈਣ ਲੱਗਿਆ, ਇਹਨਾਂ ਦੇ ਨਾਲ ਕੋਈ ਕਰਮ ਜਿਹੜਾ ਜੀਵਨ 'ਚ ਫਰਕ ਨਹੀਂ ਪੈਣ ਲੱਗਿਆ। ਭਾਵੇਂ ਕੇਸ਼ਾਂ ਨੂੰ ਵਧਾ ਕੇ ਜਟਾਵਾਂ ਬਣਾ ਲਓ, ਭਾਵੇਂ ਕੇਸ਼ਾਂ ਨੂੰ ਮੁਨਾ ਕੇ ਸੀ ਜੈਨੀ ਵਾਂਗੂ ਹੋ ਜਾਈਏ, ਕਿਉਂਕਿ ਇਹਦੇ ਨਾਲ ਫਰਕ ਤਾਂ ਨਹੀਂ ਪਏਗਾ, ਕਿਉਂਕਿ ਇਹ ਭਾਈ ਜਿਹੜਾ ਹੈ ਜੋ ਕਿਛ ਕੀਆ ਸੋ ਮਨ ਕੀਆ, ਕਬੀਰ ਮਨ ਮੁੰਡਿਓ ਨਹੀਂ, ਕੇਸ ਮੁੰਡਾਏ ਕਾਏ। ਜੋ ਕਿਛ ਕੀਆ ਸੋ ਮਨ ਕੀਆ, ਮੁੰਡਾ ਮੁੰਡ ਅਜਾਏ। ਜੋ ਕਿਛ ਕੀਤਾ ਹੈ ਉਹ ਮਨ ਨੇ ਕੀਤਾ ਹੈ। ਫਿਰ ਕੇਸਾਂ ਨੂੰ ਮੁਣਾ ਕੇ ਅਸੀਂ ਸਮਝ ਲਈਏ ਜੇ ਧਰਮੀ ਬਣ ਗਏ, ਨਹੀਂ ਹੋ ਸਕਦਾ। ਜੇ ਕੇਸਾਂ ਨੂੰ ਵਧਾ ਕੇ ਅਸੀਂ ਜਟਾਵਾਂ ਬਣਾ ਲਈਆਂ, ਨਹੀਂ ਹੋ ਸਕਦਾ ਜੇ ਜੀਵਨ ਸਾਡਾ ਸਫਲਾ ਹੋ ਗਿਆ। ਇਹਦੇ ਵਾਸਤੇ ਤੇ ਮਨ ਨੂੰ ਸਮਝਾਉਣਾ ਹੈ। ਮਨ ਸਮਝਾਵਨ ਕਾਰਣੇ ਕਛੁਅਕ ਪੜ੍ਹੀਐ ਗਿਆਨ। ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਤਾਂ ਕਰਕੇ ਸਾਨੂੰ ਫਰਮਾਨ ਕਰਦੇ ਨੇ, ਮਨ ਰੇ ਕੌਣ ਕੋ ਮਤ ਤੈ ਲੀਨੀ। ਐ ਮਨਾ ਤੂੰ ਕਿਹੜੀ ਭੈੜੀ ਮਤ ਦਾ ਧਾਰਨੀ ਹੋ ਗਏ। ਇਹ ਤੇਰਾ ਕੰਮ ਨਹੀਂ ਸੀ। ਇਹ ਮਤ ਧਾਰਨ ਜੋ ਕਰ ਲਈ ਹੈ, ਇਹ ਮਤ ਤੂੰ ਧਾਰਨ ਨਹੀਂ ਸੀ ਕਰਨੀ, ਤੇਰਾ ਕੰਮ ਹੈ ਹੀ ਨਹੀਂ ਸੀ ਜਿਹੜੇ ਕੰਮ ਹੀ ਲੱਗ ਗਿਆ। ਮਨ ਰੇ ਕੌਣ ਕੋ ਮਤ ਤੈ ਲੀਨੀ, ਕਿਹੜੀ ਭੈੜੀ ਮਤ ਲੈ ਲਈ ਹੈ। ਪਰਦਾਰਾ ਨਿੰਦਿਆ ਰਸ ਰਚਿਓ, ਪਰਾਈ ਇਸਤਰੀ ਪਰਾਈ ਨਿੰਦਿਆ ਰਸ ਰਚਿਓ, ਹੋਰ ਰਸ ਕਸ। ਇਹਨਾਂ ਦੇ ਵਿੱਚ ਹੀ ਰਚ ਕੇ ਰਹਿ ਗਿਆ। ਰਾਮ ਭਗਤ ਨਹਿ ਕੀਨੀ, ਤੇ ਜੋ ਕਰਨ ਵਾਲਾ ਕੰਮ ਸੀ ਪਰਮਾਤਮਾ ਦੀ ਭਗਤੀ, ਉਹ ਤੂੰ ਨਾ ਕੀਤਾ। ਰਾਮ ਭਗਤ ਨਹਿ ਕੀਨੀ, ਉਸ ਰੱਬ ਦੇ ਨਾਮ ਨੂੰ ਤੂੰ ਜਪਣਾ ਨਾ ਕੀਤਾ। ਇਹੀ ਤੇ ਕੰਮ ਸੀ ਸਮਨ ਦਾ, ਜੋ ਅਸੀਂ ਬਚਨ ਪੜ੍ਹਿਆ, ਰੇ ਮਨ ਮੇਰੇ ਤੂੰ ਹਰ ਸਿਉ ਜੋਰ। ਇਹੀ ਤੇ ਇਸ ਮਨ ਦਾ ਕੰਮ ਸੀ। ਜਪ ਮਨ ਸਤਨਾਮ ਸਦਾ ਸਤਨਾਮ।
ਇਹੀ ਤੇ ਇਸ ਮਨ ਦਾ ਕੰਮ ਸੀ। ਰੇ ਮਨ ਪਿਆਰਿਆ ਤੂੰ ਐ ਮਨ ਪਿਆਰਿਆ ਤੂੰ ਸਦਾ ਸਚ ਸੰਭਾਲੇ। ਪਰ ਇਹ ਕੰਮ ਨਾ ਕਰਕੇ ਪਰਦਾਰਾ ਨਿੰਦਿਆ ਰਸ ਰਚਿਓ। ਇਹਨਾਂ ਹੋਰ ਹੋਰ ਅਵਗੁਣਾਂ ਦੇ ਵਿੱਚ, ਰਸਾਂ ਕਸਾਂ ਦੇ ਵਿੱਚ ਹੀ ਇਹ ਖਚਿਤ ਰਹਿ ਗਿਆ। ਰਹਾਉ ਮੁਕਤ ਪੰਥ ਜਾਣਿਓ ਤੈ ਨਾਹਨ, ਧਨ ਜੋਰਨ ਕੋ ਧਾਇਆ। ਜੋ ਮੁਕਤੀ ਦਾ ਰਾਹ ਸੀ ਐ ਮਨਾ ਤੂੰ ਉਸ ਦੀ ਸਾਰ ਸਮਝ ਨਾ ਲਈ, ਸਮਝਿਆ ਨਹੀਂ ਤੇ ਮੁਕਤ ਪੰਥ ਜਾਣਿਓ ਤੈ ਨਾਹਨ, ਧਨ ਜੋਰਨ ਕੋ ਧਾਇਆ। ਕੇਵਲ ਮਾਇਕ ਪਦਾਰਥਾਂ ਨੂੰ, ਧਨ ਦੌਲਤ ਨੂੰ ਹੀ ਇਕੱਠਾ ਕਰਨਾ ਆਪਣੇ ਜੀਵਨ ਦਾ ਏਮ ਬਣਾ ਲਿਆ, ਨਿਸ਼ਾਨਾ ਬਣਾ ਲਿਆ। ਦੌਲਤ ਨੂੰ ਇਕੱਠਾ ਕਰਨਾ ਇਹਦਾ ਇਸ ਨਿਸ਼ਾਨਾ ਬਣਾ ਲਿਆ, ਮਨੋਰਥ ਬਣਾ ਲਿਆ। ਜੀਵਨ ਦੇ ਵਿੱਚ ਪਦਾਰਥਾਂ ਦੀ ਜ਼ਰੂਰਤ ਹੈ, ਜੀਵਨ ਦੇ ਵਿੱਚ ਧਨ ਦੌਲਤ ਦੀ ਜ਼ਰੂਰਤ ਹੈ। ਧਨ ਬਹੁਤ ਕੁਝ ਹੈ ਪਰ ਸਭ ਕੁਝ ਨਹੀਂ ਹੈ। ਪਦਾਰਥਾਂ ਨੂੰ ਗੁਰੂ ਸਾਹਿਬ ਜੀ ਨੇ ਕਿਹਾ ਵੀ ਚਾਹੀਦੇ ਨੇ, ਇੱਕ ਸਿੱਖ ਦੇ ਕੋਲ ਚਾਹੀਦੇ ਨੇ ਪਦਾਰਥ। ਜੇ ਨਾ ਹੋਣਗੇ ਤੇ ਕਿਵੇਂ ਸੇਵਾ ਕਰੇਗਾ? ਜੇ ਦੌਲਤ ਨਾ ਹੋਏਗੀ ਤੇ ਕਿਸੇ ਗਰੀਬ ਦੇ ਨੰਗੇਜ਼ ਨੂੰ ਕਿਵੇਂ ਢਕੇਗਾ? ਕਿਸੇ ਭੁੱਖੇ ਨੂੰ ਜਿਹੜਾ ਹੈ ਕਿਵੇਂ ਭੋਜਨ ਕਰਾਏਗਾ? ਜੇ ਸਾਡੇ ਕੋਲ ਪੈਸਾ ਹੈ, ਦੌਲਤ ਹੈ, ਪਦਾਰਥ ਹਨ, ਤਾਂ ਹੀ ਅਸੀਂ ਕਿਸੇ ਦੂਜੇ ਤੇ ਦਇਆ ਕਰ ਸਕਦੇ ਹਾਂ, ਤਾਂ ਹੀ ਕਿਸੇ ਦੂਜੇ ਨੂੰ ਦੇ ਸਕਦੇ ਹਾਂ, ਮਦਦ ਕਰ ਸਕਦੇ ਹਾਂ। ਜੇ ਅਸੀਂ ਆਪ ਹੀ ਨੰਗੇ ਭੁੱਖੇ ਹੋਈਏ ਤੇ ਫਿਰ ਦੂਜਿਆਂ ਨੂੰ ਕਿਵੇਂ ਖਵਾ ਸਕਦੇ ਹਾਂ? ਦੂਜਿਆਂ ਦੀ ਮਦਦ ਕਿਵੇਂ ਕਰ ਸਕਦੇ ਹਾਂ? ਇਹ ਤੇ ਜ਼ਰੂਰੀ ਹੈ। ਬਾਣੀ ਦਾ ਬਚਨ ਹੈ ਨਾ, ਜਿਸ ਦਾ ਸਾਹਿਬ ਨੰਗਾ ਭੁੱਖਾ ਹੋਵੇ, ਤਿਸ ਦਾ ਨਫਰ ਕਿੱਥੋਂ ਰਜ ਖਾਏ। ਜੇ ਸਾਹਿਬ ਕਹਿ ਕਰ ਵਤ ਹੋਵੇ, ਸੋ ਨਫਰੇ ਹੱਥ ਆਵੇ, ਅਣਹੁੰਦੀ ਕਿੱਥੋਂ ਪਾਏ। ਪਰ ਜਿਸ ਦਾ ਸਾਹਿਬ ਹੀ ਨੰਗਾ ਭੁੱਖਾ ਹੈ, ਉਸ ਦੇ ਨੌਕਰ ਨੂੰ ਕੀ ਮਿਲੇਗਾ? ਪਰ ਸਿੱਖ ਦਾ ਜੋ ਪਰਮਾਤਮਾ ਹੈ, ਸਿੱਖ ਦਾ ਜੋ ਮਾਲਕ ਹੈ, ਉਹ ਤੇ ਉਸ ਦੇ ਘਰ ਵਿੱਚ ਵੀ ਸਾਰੀਆਂ ਦਾਤਾਂ ਨੇ, ਤੇ ਉਹਨਾਂ ਦਾਤਾਂ ਨੂੰ ਆਪਣੇ ਸਿੱਖਾਂ ਨੂੰ ਵੀ ਦੇਣ ਵਾਲਾ ਹੈ ਰੱਬ। ਸਾਚੇ ਸਾਹਿਬਾ ਕਿਆ ਨਾਹੀ ਕਰਤੇ ਰੇ। ਉਸ ਇੱਕ ਅਕਾਲ ਪੁਰਖ, ਉਸ ਸਤਿਗੁਰੂ ਦੀ ਹੀ ਸੇਵਾ ਦਾਸ ਕਰਦਾ ਤੇ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ। ਉਹ ਸਿੱਖ ਸੇਵਕ ਜਨ ਪ੍ਰਾਪਤ ਵੀ ਕਰਦੇ ਨੇ ਉਸ ਇੱਕ ਪਰਮਾਤਮਾ ਕੋਲੋਂ ਮੰਗ ਕੇ, ਤੇ ਕੇਵਲ ਆਪਣੇ ਤੱਕ ਸੀਮਿਤ ਨਹੀਂ ਰੱਖਦੇ, ਅਗਾਂਹ ਵੰਡਦੇ ਵੀ ਨੇ, ਅਗਾਂਹ ਸੇਵਾ ਵੀ ਕਰਦੇ ਨੇ। ਘਾਲ ਘਾਏ ਖਾਏ ਕਿਛ ਹੱਥੋਂ ਦੇ, ਨਾਨਕ ਰਹਾ ਪਛਾਣਿਆ ਸੇ। ਪਰ ਜਦੋਂ ਮਨੁੱਖ ਗੁਰੂ ਦੇ ਇਹਨਾਂ ਉਪਦੇਸ਼ਾਂ ਤੋਂ ਭਟਕ ਕੇ ਕੇਵਲ ਦੌਲਤ ਨੂੰ ਆਪਣੇ ਜੀਵਨ ਦਾ ਨਿਸ਼ਾਨਾ ਬਣਾ ਲੈਂਦਾ ਹੈ, ਉਦੋਂ ਗੁਰੂ ਸਾਹਿਬ ਜੀ ਇਸ ਦੇ ਜੀਵਨ ਨੂੰ ਪ੍ਰਵਾਨ ਨਹੀਂ ਕਰਦੇ। ਉਦੋਂ ਮਨੁੱਖ ਦਾ ਇਹ ਜੋ ਸਾਰਾ ਕਮਾਇਆ ਹੋਇਆ ਧਨ ਹੈ, ਗੁਰੂ ਸਾਹਿਬ ਜੀ ਕਹਿੰਦੇ ਬੇਕਾਰ ਹੈ, ਵਿਅਰਥ ਹੈ। ਵਿਖਿਆ ਕੈ ਧਨ ਸਦਾ ਦੁੱਖ ਹੋਏ, ਨਾ ਸਾਥ ਜਾਏ ਨਾ ਪ੍ਰਾਪਤ ਹੋਏ। ਤੇ ਇਸ ਮਨ ਨੇ ਕੀ ਕੀਤਾ? ਇਹੀ ਕੁਝ ਕੀਤਾ ਕਿ ਮੁਕਤ ਪੰਥ ਜਾਣਿਓ ਤੈ ਨਾਹਨ, ਧਨ ਜੋਰਨ ਕੋ ਧਾਇਆ। ਅੰਤ ਸੰਕਾਹੂ ਨਹੀਂ ਦੀਨਾ, ਬਿਰਥਾ ਆਪ ਬੰਧਾਇਆ। ਐ ਮਨਾ ਤੇ ਜਿਸ ਵੇਲੇ ਅਖੀਰਲੇ ਸਮਾਂ ਨੂੰ ਕੋਈ ਨਾਲ ਨਹੀਂ ਖੜਿਆ, ਨਾ ਦੌਲਤ ਕੋਈ ਕੰਮ ਆਈ, ਨਾ ਮਹਿਲ ਮਾੜੀਆਂ ਕੰਮ ਆਈਆਂ, ਉਦੋਂ ਸਮਝ ਲੱਗੀ ਬਿਰਥਾ ਆਪ ਬੰਧਾਇਆ। ਕਿ ਮੈਂ ਆਪਣਾ ਆਪ ਐਵੇਂ ਇਹਨਾਂ ਵਿੱਚ ਬੰਨ ਕੇ ਰੱਖਿਆ, ਐਵੇਂ ਆਪਣਾ ਆਪ ਇਹਨਾਂ ਨਾਲ ਜੋੜ ਕੇ ਰੱਖਿਆ। ਕਿਉਂਕਿ ਮਨੁੱਖ ਦੇ ਜੀਵਨ ਦੇ ਵਿੱਚ ਸਭ ਤੋਂ ਵੱਧ ਜਿਹੜੇ ਝਗੜੇ ਨੇ ਨਾ, ਆਪਸ ਦੇ, ਪਰਿਵਾਰ ਦੇ, ਰਿਸ਼ਤੇਦਾਰਾਂ ਦੇ, ਸੱਜਣਾ ਮਿੱਤਰਾਂ ਦੇ, ਜੋ ਨੇੜਲੇ ਰਿਸ਼ਤੇ ਨੇ, ਉਹਨਾਂ ਦੇ ਵਿੱਚ ਸਭ ਤੋਂ ਵੱਧ ਝਗੜੇ ਦੀ ਜੋ ਵਜ੍ਹਾ ਹੈ, ਉਹ ਵਜ੍ਹਾ ਹੀ ਧਨ ਦੌਲਤ ਹੈ। ਉਹਦੀ ਜੋ ਵਜ੍ਹਾ ਹੈ, ਕਾਰਨ ਹੈ, ਉਹ ਕਾਰਨ ਹੀ ਧਨ ਦੌਲਤ ਹੈ। ਇਹ ਬਾਣੀ ਦਾ ਫਰਮਾਨ ਹੈ। ਬਾਣੀ 'ਚ ਬਚਨ ਪੜੋਗੇ, ਆਪ ਜੀ ਕਹਿੰਦੇ ਕਿਸ ਹੀ ਬਾਦ ਘਾਟ ਕਿਸ ਹੀ ਪੈ, ਸਗਲੇ ਲੜ ਲੜ ਮੁਆ। ਤੇ ਝਗੜਾ ਕੀ ਹੈ? ਝਗੜਾ ਬਸ ਇਹੀ ਹੈ ਕਿ ਕਿਸ ਹੀ ਬਾਦ ਘਾਟ ਕਿਸ ਹੀ ਪੈ। ਭਾਈ ਮੇਰੇ ਕੋਲ ਘੱਟ ਹੈ, ਮੇਰੇ ਭਰਾ ਕੋਲ ਵੱਧ ਹੈ ਜੀ, ਮੇਰੇ ਕੋਲ ਘੱਟ ਹੈ, ਮੇਰੇ ਰਿਸ਼ਤੇਦਾਰ ਮੇਰਾ ਹਿੱਸਾ ਵੱਧ ਲੈ ਗਏ। ਘੱਟ ਵੱਧ ਦਾ ਹੀ ਸਾਰਾ ਝਗੜਾ ਹੈ। ਕਿਸ ਹੀ ਬਾਦ ਘਾਟ ਕਿਸ ਹੀ ਪੈ।
ਜੇ ਕਿਸੇ ਕੋਲ ਜ਼ਿਆਦਾ ਹੈ, ਕਿਸੇ ਕੋਲ ਘੱਟ ਹੈ, ਬਸ ਇਹੀ ਝਗੜਾ। ਤੇ ਸਗਲੇ ਲੜ ਲੜ ਮੁਆ, ਇਸ ਗੱਲ ਪਿੱਛੇ ਸਾਰੇ ਲੜ ਲੜ ਕੇ ਮਰ ਜਾਂਦੇ ਨੇ, ਖੁਆਰ ਹੋ ਜਾਂਦੇ ਨੇ। ਪਰ ਜਿਸ ਵੇਲੇ ਅਖੀਲਾ ਸਮਾਇਆ ਪਤਾ ਲੱਗਿਆ ਭਈ ਇਸ ਧਨ ਦੌਲਤ ਕਰਕੇ, ਇਸ ਇੰਚ ਪਰ ਜ਼ਮੀਨ ਕਰਕੇ, ਧਰਤੀ ਕਰਕੇ ਮੈਂ ਸਾਰੀ ਉਮਰ ਲੰਘਾ ਦਿੱਤੀ ਆਪਣੇ ਪਰਿਵਾਰ ਤੋਂ ਲੜਦਿਆਂ ਝਗੜਦਿਆਂ। ਆਪਸ ਦੇ ਵਿੱਚ ਜਿਹੜੇ ਭਰਾ, ਜਿਹੜੇ ਭੈਣ ਭਰਾ ਖਾਂਦੇ ਪੀਂਦੇ ਸਨ, ਬੈਠਦੇ ਸਨ, ਹਾਸਾ ਖੇਡਾ ਕਰਦੇ ਸਨ, ਅੱਜ ਇਸ ਦੌਲਤ ਪਿੱਛੇ ਮੈਂ ਸਾਰੀ ਉਮਰ ਲੰਘਾ ਦਿੱਤੀ, ਬੋਲਿਆ ਤੱਕ ਨਹੀਂ, ਝਗੜੇ ਕਰਦੇ ਰਹੇ, ਨਾਰਾਜ਼ਗੀ ਬਣਾ ਕੇ ਰੱਖੀ। ਤੇ ਜਦੋਂ ਹੁਣ ਜਾਣ ਵੇਲਾ ਸਮਾਂ ਆਇਆ ਤੇ ਨਾਲ ਵੀ ਨਹੀਂ ਚੱਲ ਰਹੇ, ਇਹ ਧਨ ਦੌਲਤ ਮਹਿਲ ਮਾੜੀਆਂ ਇੱਥੇ ਧਰੀਆਂ ਦੀ ਧਰੀਆਂ ਰਹਿ ਗਈਆਂ। ਇਸ ਵਾਸਤੇ ਗੁਰੂ ਸਾਹਿਬ ਜੀ ਨੇ ਸੁਚੇਤ ਕੀਤਾ, ਬਾਣੀ ਨੇ ਸਮਝਾਉਣਾ ਕੀਤਾ। ਪਾਤਸ਼ਾਹ ਜੀ ਆਖਦੇ ਨੇ, ਕਹਿੰਦੇ ਭਾਈ ਇਹ ਮਹਿਲ ਜਿਹੜੀ ਕਬੀਰ ਮਿੱਟੀ ਪਈ ਅਤੋਲਵੀ, ਕੋਈ ਨਾ ਹੋਸੀ ਮਿਤ। ਇਹ ਭਾਈ ਤੇ ਮਿੱਟੀ ਦਾ ਢੇਰ ਹੈ, ਕੋਈ ਨਾ ਹੋਸੀ ਮਿਤ। ਇਹਨਾਂ ਚੋਂ ਕਿਸੇ ਨੇ ਸਾਥੀ ਨਹੀਂ ਹੋਣਾ, ਕੋਈ ਨਾਲ ਨਹੀਂ ਚੱਲਣਾ, ਕੋਈ ਇਸਨੇ ਪੱਖ ਦੀ ਗੱਲ ਨਹੀਂ ਕਰਨੀ। ਇਹ ਤੇ ਮਿੱਟੀ ਦਾ ਢੇਰ ਹੈ, ਤੇ ਜੇ ਮਿੱਟੀ ਦੇ ਢੇਰ ਨੂੰ ਮਿੱਟੀ ਦਾ ਹੀ ਢੇਰ ਸਮਝੀਏ ਤੇ ਪਕੜ ਘੱਟ ਬਣਦੀ ਹੈ, ਸੱਚਾਈ ਸਾਡੇ ਸਾਹਮਣੇ ਆਉਂਦੀ ਹੈ। ਗੁਰੂ ਸਾਹਿਬ ਜੀ ਆਖਦੇ ਨੇ ਉਸ ਵੇਲੇ ਫਿਰ ਪਛਤਾਵਾ ਹੁੰਦਾ ਹੈ। ਅੰਤ ਸੰਗ ਕਾਹੋ ਨਹੀਂ ਦੀਨਾ, ਬਿਰਥਾ ਆਪ ਬੰਧਾਇਆ। ਪਰ ਸਮਾਂ ਲੰਘਣ ਤੋਂ ਪਿੱਛੇ ਕੁਝ ਨਹੀਂ ਮਨੁੱਖ ਦੇ ਹੱਥ ਆਉਂਦਾ। ਤੇ ਗੁਰੂ ਸਾਹਿਬ ਜੀ ਫਿਰ ਫਰਮਾਨ ਕਰਦੇ ਨੇ, ਨਾ ਹਰ ਭਜਿਓ ਨਾ ਗੁਰਜਨ ਸੇਵਿਓ। ਐ ਮਨਾ, ਨਾ ਤੂੰ ਭਗਤੀ ਕੀਤੀ, ਨਾ ਗੁਰੂ ਦੀ ਸੇਵਾ ਕੀਤੀ, ਨਹਿ ਉਪਜਿਓ ਕਛ ਗਿਆਨਾ, ਤੇ ਨਾ ਹੀ ਆਪਣੇ ਅੰਤਰ ਆਤਮੇ ਕੋਈ ਗਿਆਨ ਦੀ ਚੱਜ ਦੀ ਗੱਲ ਹੀ ਵਸਾਉਣਾ ਕੀਤੀ ਹੈ। ਘਟ ਹੀ ਮਾਹਿ ਨਿਰੰਜਨ ਤੇਰੇ, ਇੱਥੋਂ ਤੱਕ ਜਿਹੜਾ ਨਿਰੰਜਨ ਰੱਬ ਤੇਰੇ ਅੰਤਰ ਵਸਦਾ ਹੈ, ਉਹਦੀ ਵੀ ਤੂੰ ਪਛਾਣ ਨਾ ਕਰ ਸਕਿਆ। ਤੈਂ ਖੋਜਤ ਉਦਿਆਨਾ, ਉਹਦੀ ਭਾਲ ਵਾਸਤੇ ਜੰਗਲਾਂ ਦਾ ਰੁਖ ਕਰ ਲਿਆ। ਜੰਗਲਾਂ ਦੇ ਵਿੱਚ ਪਰਬਤਾਂ ਦੀਆਂ ਪਹਾੜੀਆਂ ਉੱਤੇ ਲੱਭਣ ਲੱਗ ਪਿਆ। ਬਹੁਤ ਜਨਮ ਪਰਮ ਤੈਂ ਹਾਰਿਓ, ਵੇਖੀ ਬੜੇ ਜਨਮਾਂ ਦਾ ਭਟਕਦਾ ਫਿਰਦਾ ਹੈ, ਅਸਥਿਰ ਮਤ ਨਹੀਂ ਪਾਈ। ਤੇ ਬੜੇ ਜਨਮਾਂ ਦਾ ਭਟਕਦਾ ਫਿਰਦਾ ਹੈ, ਥੱਕਦਾ ਹਾਰਦਾ ਫਿਰਦਾ ਹੈ, ਪਰ ਹਾਲੇ ਵੀ ਅਸਥਿਰ ਮਤ ਨਹੀਂ ਪਾਈ, ਤੈਨੂੰ ਟਿਕਾ ਨਹੀਂ ਆਇਆ। ਫਿਰ ਵੀ ਤੈਨੂੰ ਸਮਝ ਨਹੀਂ ਪਈ, ਟਿਕਿਆ ਨਹੀਂ। ਮਾਨਸ ਦੇਹ ਪਾਏ ਪਦ ਹਰ ਭਜ, ਨਾਨਕ ਬਾਤ ਬਤਾਈ। ਇਸ ਨਾਨਕ ਨੂੰ ਉਸ ਰੱਬ ਨੇ ਇਹ ਬਾਤ ਦੱਸੀ, ਇਹ ਗੱਲ ਦੱਸੀ ਹੈ। ਇਹ ਬਾਤ, ਇਹ ਗੱਲ ਉਸ ਰੱਬ ਨੇ ਆਪ ਸਮਝਾਈ ਹੈ ਕਿ ਮਨਾ ਮਾਨਸ ਦੇਹ ਪਾਏ, ਇਹ ਮਨੁੱਖਾ ਦੇਹੀ ਪ੍ਰਾਪਤ ਹੋਈ ਹੈ। ਪਾਏ ਪਦ ਹਰ ਭਜ, ਇਸ ਵਾਸਤੇ ਕਿ ਪਰਮਾਤਮਾ ਦੀ ਭਗਤੀ ਕਰਕੇ ਪਰਮ ਪਦ ਤੇ ਅਪੜਿਆ ਜਾਏ, ਪਰਮ ਪਦ ਤੇ ਪੜਿਆ ਜਾਏ। ਇਹਨਾਂ ਤਿੰਨ ਗੁਣ ਵਾਲੀ ਮਾਇਆ ਤੋਂ ਉੱਪਰ ਉੱਠ ਕੇ ਉਸ ਸਹਿਜ ਅਵਸਥਾ 'ਚ ਟਿਕਿਆ ਜਾਵੇ। ਤਾਂ ਕਰਕੇ ਰੱਬ ਨੇ ਇਹ ਮਨੁੱਖਾ ਸਰੀਰ ਦਿੱਤਾ ਹੈ, ਤੇ ਸਰੀਰ ਦੇ ਵਿੱਚ ਇਹ ਮਨਾ ਤੈਨੂੰ ਟਿਕਾਉਣਾ ਕੀਤਾ ਹੈ। ਤਾਂ ਕਰਕੇ ਉਸ ਰੱਬ ਦੀ ਭਗਤੀ